ਮਾਂ ਹਮੇਸ਼ਾ ਸੋਚਦੀ ਹੈ ਕਿ ਮੇਰਾ ਪੁੱਤ ਭੁੱਖਾ ਨਾ ਰਹੇ ਤੇ ਪਿਓ ਸੋਚਦਾ ਹੈ ਕਿ ਮੇਰਾ ਪੁੱਤ ਕੱਲ ਨੂੰ ਭੁੱਖਾ ਨਾ ਰਵੇ। ਦੁਨੀਆ ਵਿੱਚ ਬਹੁਤ ਰਿਸ਼ਤੇ ਹਨ, ਬਸ ਮਾਂ-ਪਿਓ ਦਾ ਰਿਸ਼ਤਾ ਹੀ ਇੱਕ ਐਸਾ ਰਿਸ਼ਤਾ ਹੈ ਜੋ ਪਰਮਾਤਮਾ ਤੋਂ ਉੱਤੇ ਹੈ। ਅੱਜ ਆਪਾਂ ਤੁਹਾਨੂੰ ਇੱਕ ਐਸੀ ਸੱਚੀ ਕਹਾਣੀ ਸੁਣਾਵਾਂਗੇ ਜੋ ਤੁਹਾਨੂੰ ਰੋਣ ਤੇ ਮਜਬੂਰ ਕਰ ਦੇਵੇਗੀ। ਇੱਕ ਪੁੱਤ ਆਪਣੀ ਮਾਂ ਨੂੰ ਚਾਰ ਧਾਮ ਦੀ ਯਾਤਰਾ ਦਾ ਬਹਾਨਾ ਲਾ ਕੇ ਮਾਂ ਨੂੰ ਮੰਦਰ ਵਿੱਚ ਛੱਡ ਕੇ ਭੱਜ ਆਇਆ ਤੇ ਮਾਂ ਦੇ ਦਿਨ ਇਸ ਤਰ੍ਹਾਂ ਪਲਟੇ ਕਿ ਉਸ ਦੀ ਕਿਸਮਤ ਹੀ ਚਮਕ ਗਈ। ਮਾਂ ਨੂੰ ਮਿਲਦੇ ਇਨਾਮ ਵੇਖ ਕੇ ਉਸ ਦਾ ਪੁੱਤ ਬਹੁਤ ਹੈਰਾਨ ਹੋ ਗਿਆ ਕਿ ਅਜਿਹਾ ਕੀ ਹੋਇਆ ਸੀ ਮਾਂ ਨਾਲ ਜੋ ਮਾਂ ਦੇ ਦਿਨ ਇਸ ਕਦਰ ਬਦਲ ਗਏ ਸੀ। ਇੱਕ ਪਿੱਪਲ ਦੇ ਰੁੱਖ ਹੇਠਾਂ ਇੱਕ ਬੁੱਢੀ ਔਰਤ ਆਪਣੇ ਰਹਿਣ ਦਾ ਬਸੇਰਾ ਬਣਾਈ ਬੈਠੀ ਸੀ। ਵੇਖਣ ਨੂੰ ਲੱਗਦਾ ਸੀ ਜਿਵੇਂ ਕਿ ਉਹ ਉੱਥੇ ਹੀ ਰਹਿਣ ਵਾਲੀ ਹੋਵੇ। ਉਹ ਫਟੇ ਪੁਰਾਣੇ ਕੱਪੜੇ ਤੇ ਉੱਪਰੋਂ ਇੱਕ ਚਾਦਰ ਲਈ ਹੋਈ ਸੀ। ਅੱਜ ਪੂਰੇ 15 ਦਿਨ ਹੋ ਗਏ ਸਨ ਜੋ ਮੰਦਰ ਵਿੱਚ ਪ੍ਰਸ਼ਾਦ ਚੜ੍ਹਦਾ ਤੇ ਕੋਈ ਰਾਹਗੀਰ ਕੋਈ ਖਾਣਾ ਫੜਾ ਦਿੰਦਾ, ਉਸ ਨੂੰ ਖਾ ਕੇ ਹੀ ਆਪਣਾ ਗੁਜ਼ਾਰਾ ਕਰ ਲੈਂਦੀ ਸੀ। ਰਾਜ ਘੁੰਮਣ ਫਿਰਨ ਵਾਲਾ ਮੌਜੀ ਬੰਦਾ ਸੀ। ਜਦੋਂ ਦਿਲ ਕਰਦਾ ਉਹ ਆਪਣਾ ਸਕੂਟਰ ਚੁੱਕ ਕੇ ਇੱਧਰ ਉੱਧਰ ਫਿਰੀ ਜਾਂਦਾ। ਉਸ ਦੇ ਮਾਂ-ਪਿਓ ਹੁਣ ਇਸ ਦੁਨੀਆ ਵਿੱਚ ਨਹੀਂ ਸੀ। ਰਾਜ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਉਹ BA ਫਾਈਨਲ ਵਿੱਚ ਸੀ ਜਦੋਂ ਮਾਂ-ਬਾਪ ਛੱਡ ਕੇ ਇਸ ਦੁਨੀਆ ਵਿੱਚੋਂ ਚਲੇ ਗਏ ਤੇ ਹੁਣ ਉਸ ਨੂੰ ਨੌਕਰੀ ਵੀ ਮਿਲ ਗਈ ਸੀ। ਐਤਵਾਰ ਨੂੰ ਛੁੱਟੀ ਵਾਲੇ ਦਿਨ ਉਹ ਇੱਧਰ ਉੱਧਰ ਘੁੰਮਦਾ ਤੇ ਸ਼ਾਮ ਨੂੰ ਮੰਦਰ ਵੀ ਜਾਂਦਾ। ਜਦੋਂ ਰਾਜ ਮੰਦਰ ਜਾਣ ਲੱਗਾ ਤਾਂ ਉਸ ਦੀ ਨਜ਼ਰ ਪੀਪਲ ਦੇ ਰੁੱਖ ਹੇਠ ਬੈਠੀ ਬੁੱਢੀ ਮਾਂ ਤੇ ਪਈ। ਉਸ ਨੂੰ ਹਰ ਬੁੱਢੀ ਔਰਤ ਦੇ ਵਿੱਚ ਆਪਣੀ ਦਾਦੀ ਨਜ਼ਰ ਆਉਂਦੀ ਸੀ ਤੇ ਉਸ ਨੂੰ ਉਸ ਔਰਤ ਨੂੰ ਵੇਖ ਕੇ ਇੱਕ ਖਿੱਚ ਪਈ। ਉਹ ਉਸ ਨੂੰ ਪਿਆਰ ਨਾਲ ਵੇਖ ਰਿਹਾ ਸੀ। ਫਿਰ ਰਾਜ ਕੋਲ ਜਾ ਕੇ ਬੋਲਿਆ, ਅੰਮਾ, ਬਿਸਕੁਟ ਖਾਣੇ ਨੇ? ਬੁੱਢੀ ਔਰਤ ਨੇ ਆਪਣਾ ਹੱਥ ਅੱਗੇ ਕਰ ਦਿੱਤਾ। ਰਾਜ ਨੇ ਕੁਝ ਬਿਸਕੁਟ ਉਸ ਨੂੰ ਦਿੱਤੇ ਤੇ ਬਾਕੀ ਆਪ ਖਾਣ ਲੱਗ ਗਿਆ ਤੇ ਖਾਂਦੇ ਹੋਏ ਪੁੱਛਿਆ ਕਿ ਅੰਮਾ, ਤੁਸੀਂ ਕਿੱਥੋਂ ਦੇ ਹੋ ਤੇ ਇਸ ਰੁੱਖ ਹੇਠ ਕਿਉਂ ਬੈਠੇ ਹੋ? ਉਸ ਨੇ ਠੰਡਾ ਹੌਂਕਾ ਲੈ ਕੇ ਕਿਹਾ, ਪੁੱਤ, ਹੁਣ ਇਹ ਰੁੱਖ ਮੇਰਾ ਘਰ ਹੈ। ਪਹਿਲਾਂ ਮੈਂ ਇਸ ਸ਼ਹਿਰ ਵਿੱਚ ਰਹਿੰਦੀ ਸੀ। ਮੇਰਾ ਬਹੁਤ ਵੱਡਾ ਤੇ ਆਲੀਸ਼ਾਨ ਬੰਗਲਾ ਹੈ। ਮੇਰੇ ਘਰ ਵਾਲੇ ਦੇ ਮਰਨ ਤੋਂ ਬਾਅਦ 1 ਸਾਲ ਤੱਕ ਸਭ ਸਹੀ ਚੱਲਦਾ ਰਿਹਾ, ਪਰ ਫਿਰ ਮੈਂ ਆਪਣੀ ਨੂੰਹ ਦੀਆਂ ਅੱਖਾਂ ਵਿੱਚ ਕੰਡਾ ਬਣ ਗਈ ਤੇ ਇੱਕ ਦਿਨ ਮੇਰਾ ਪੁੱਤ ਮੈਨੂੰ ਕਹਿਣ ਲੱਗਾ ਕਿ ਮਾਂ ਚੱਲ, ਤੈਨੂੰ 4 ਧਾਮ ਦੀ ਯਾਤਰਾ ਕਰਵਾ ਦਿੰਦਾ ਹਾਂ। ਤੇ ਮੈਨੂੰ ਇੱਥੇ ਲੈ ਕੇ ਆ ਗਿਆ ਤੇ ਇੱਥੇ ਬਿਠਾ ਕੇ ਤੇ ਕਹਿ ਕੇ ਚਲਾ ਗਿਆ ਕਿ ਮਾਂ, ਮੈਂ ਕੁਝ ਜ਼ਰੂਰੀ ਸਮਾਨ ਲੈ ਕੇ ਹੁਣੀ ਆਇਆ। ਪਰ ਅੱਜ 15 ਦਿਨ ਹੋ ਗਏ, ਨਾ ਹੀ ਮੇਰਾ ਪੁੱਤ ਆਇਆ ਤੇ ਨਾ ਹੀ ਉਸ ਦੀ ਖਬਰ ਆਈ। ਮੈਂ ਸੋਚਿਆ ਕਿ ਮੇਰੀ ਨੂੰਹ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ, ਇਸ ਲਈ ਮੈਨੂੰ ਮੇਰਾ ਪੁੱਤ ਪਰਮਾਤਮਾ ਦੀ ਸ਼ਰਨ ਵਿੱਚ ਛੱਡ ਗਿਆ। ਇਹ ਕਹਿ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਰਾਜ ਆਪਣੇ ਮਾਂ-ਪਿਓ ਤੋਂ ਬਾਅਦ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ ਅਤੇ ਉਸ ਦਾ ਘਰ ਵਿੱਚ ਦਿਲ ਨਹੀਂ ਸੀ ਲੱਗਦਾ। ਉਸ ਨੇ ਬੁੱਢੀ ਔਰਤ ਨੂੰ ਕਿਹਾ ਕਿ ਅੰਮਾ, ਮੇਰੇ ਨਾਲ ਮੇਰੇ ਘਰ ਚੱਲ। ਤਾਂ ਉਸ ਨੇ ਕਿਹਾ ਕਿ ਪੁੱਤ, ਜਦੋਂ ਮੇਰਾ ਆਪਣਾ ਪੁੱਤ ਮੈਨੂੰ ਨਹੀਂ ਰੱਖ ਸਕਿਆ, ਜਿਸ ਨੂੰ ਮੈਂ 9 ਮਹੀਨੇ ਕੁੱਖ ਵਿੱਚ ਪਾਲਿਆ, ਫਿਰ ਤੂੰ ਕਿਉਂ ਰੱਖੇਂਗਾ? ਰਾਜ ਨੇ ਕਿਹਾ ਕਿ ਅੰਮਾ, ਮੇਰੇ ਮਾਂ-ਪਿਓ ਇੱਕ ਐਕਸੀਡੈਂਟ ਵਿੱਚ ਚੱਲ ਬਸੇ ਤੇ ਮੈਂ ਇਕੱਲਾ ਹੀ ਹਾਂ। ਬੁੱਢੀ ਮਾਂ ਨੇ ਕਿਹਾ, ਪੁੱਤ, ਮੇਰੇ ਤੇ ਤਰਸ ਨਾ ਕਰ, ਮੈਂ ਤਾਂ ਆਪਦੇ ਬਚੇ ਸਾਂ, ਇੱਥੇ ਹੀ ਪਰਮਾਤਮਾ ਦੇ ਚਰਨਾਂ ਵਿੱਚ ਕੱਟ ਲੈਣੇ ਹਨ। ਇਹ ਤੈਨੂੰ ਕੁਝ ਚਿਰ ਦਾ ਮੋਹ ਹੈ, ਫਿਰ ਮੈਂ ਤੈਨੂੰ ਬੋਝ ਲੱਗਣ ਲੱਗ ਜਾਣਾ। ਰਾਜ ਨੇ ਕਿਹਾ, ਅੰਮਾ, ਤੈਨੂੰ ਰਹਿਣ ਦਾ ਟਿਕਾਣਾ ਮਿਲ ਜਾਊ, ਮੈਨੂੰ ਕਿਸੇ ਦੀ ਸਿਰ ਤੇ ਛਾਂ ਮਿਲ ਜਾਊ, ਤੁਸੀਂ ਮੇਰੇ ਲਈ ਰੋਟੀ ਬਣਾ ਦਿਆ ਕਰਨਾ, ਘਰ ਦੇਖ ਲਿਆ ਕਰਨਾ। ਅੰਮਾ ਨੇ ਕਿਹਾ ਕਿ ਜਦੋਂ ਕੁਝ ਦਿਨ ਲੰਘੇ ਤਾਂ ਤੈਨੂੰ ਮੈਂ ਬੋਝ ਲੱਗਣਾ ਹੈ ਤੇ ਤੂੰ ਮੈਨੂੰ ਘਰੋਂ ਕੱਢ ਦੇਣਾ। ਨਾ ਪੁੱਤ ਨਾ, ਮੈਂ ਤਾਂ ਇੱਥੇ ਹੀ ਠੀਕ ਹਾਂ। ਰਾਜ ਨੇ ਕਿਹਾ, ਅੰਮਾ, ਕੁਝ ਲੋਕਾਂ ਨੂੰ ਮਾਂ-ਪਿਓ ਬੋਝ ਲੱਗਦੇ ਹਨ ਅਤੇ ਕੁਝ ਦੇ ਸਿਰ ਤੋਂ ਮਾਂ-ਪਿਓ ਦਾ ਸਾਇਆ ਹੀ ਉੱਠ ਜਾਂਦਾ ਹੈ। ਅੰਮਾ, ਮੈਨੂੰ ਮੇਰੀ ਦਾਦੀ ਨਾਲ ਬਹੁਤ ਪਿਆਰ ਸੀ ਤੇ ਮੇਰੇ ਮਾਂ-ਪਿਓ ਨਾਲ ਵੀ, ਪਰ ਹੁਣ ਮੇਰੇ ਘਰ ਵਿੱਚ ਕੋਈ ਨਹੀਂ ਹੈ। ਰਾਜ ਨੇ ਕਿਹਾ ਕਿ ਅੰਮਾ, ਤੇਰੇ ਵਿੱਚ ਮੈਨੂੰ ਆਪਣੀ ਦਾਦੀ ਦਿਸਦੀ ਹੈ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਤੈਨੂੰ ਕਦੀ ਬੋਝ ਨਹੀਂ ਸਮਝਾਂਗਾ। ਬੁੱਢੀ ਔਰਤ ਦਾ ਦਿਲ ਭਰ ਆਇਆ ਤੇ ਅੱਖਾਂ ਵਿੱਚ ਹੰਝੂ ਵੀ ਆ ਗਏ। ਰਾਜ ਨੇ ਉਸ ਦਾ ਹੱਥ ਫੜ ਕੇ ਬੋਲਿਆ, ਚਲੋ ਅੰਮਾ, ਸ਼ਾਮ ਹੋਣ ਵਾਲੀ ਹੈ, ਘਰ ਚੱਲੀਏ।
ਬੁੱਢੀ ਔਰਤ ਨੇ ਪਿਆਰ ਤੇ ਵਿਸ਼ਵਾਸ ਨਾਲ ਉਸ ਵੱਲ ਵੇਖਿਆ ਤੇ ਸੋਚਿਆ ਕਿ ਪਰਮਾਤਮਾ ਨੇ ਹੀ ਰਾਜ ਨੂੰ ਭੇਜਿਆ ਹੈ। ਰਾਜ ਨੇ ਅੰਮਾ ਨੂੰ ਸਕੂਟਰ ਤੇ ਬਿਠਾ ਕੇ ਘਰ ਲੈ ਆਂਦਾ। ਹੁਣ ਇਸ ਗੱਲ ਨੂੰ ਕਾਫੀ ਮਹੀਨੇ ਹੋ ਗਏ ਸਨ। ਰਾਜ ਟਾਈਮ ਤੇ ਘਰ ਆਉਂਦਾ ਤੇ ਅੰਮਾ ਉਸ ਲਈ ਰੋਟੀ ਬਣਾ ਕੇ ਰੱਖਦੀ ਤੇ ਰਾਤ ਨੂੰ ਉਸ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖਦੀ। ਸਵੇਰੇ ਰਾਜ ਦੇ ਉੱਠਣ ਤੋਂ ਪਹਿਲਾਂ ਅੰਮਾ ਪੂਜਾ ਕਰਕੇ ਉਸ ਲਈ ਖਾਣਾ ਬਣਾ ਕੇ ਰੱਖ ਦਿੰਦੀ। ਜੇਕਰ ਅੰਮਾ ਨੂੰ ਘਰ ਮਿਲਿਆ ਸੀ ਤਾਂ ਰਾਜ ਨੂੰ ਮਾਂ ਤੇ ਦਾਦੀ ਦਾ ਪਿਆਰ ਮਿਲ ਗਿਆ ਸੀ। ਉਸ ਦੀ ਜ਼ਿੰਦਗੀ ਹੁਣ ਸੈੱਟ ਹੋ ਗਈ ਸੀ। ਇੱਕ ਦਿਨ ਰਾਜ ਸੌਂ ਰਿਹਾ ਸੀ ਤਾਂ ਉਸ ਨੂੰ ਲੱਗਾ ਜਿਵੇਂ ਉਸ ਦੀ ਮਾਂ ਉਸ ਦੇ ਮੱਥੇ ਤੇ ਹੱਥ ਰੱਖ ਕੇ ਉਸ ਨੂੰ ਜਗਾ ਰਹੀ ਹੋਵੇ। ਉਸ ਨੇ ਫਿਰ ਇਹੋ ਮਹਿਸੂਸ ਕੀਤਾ। ਉਸ ਨੇ ਅੱਖ ਖੋਲ੍ਹ ਕੇ ਦੇਖਿਆ ਤਾਂ ਅੰਮਾ ਉਸ ਨੂੰ ਜਗਾ ਰਹੀ ਸੀ। ਉਸ ਨੇ ਅੰਮਾ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਤੇ ਚੁੰਮ ਲਿਆ। ਅੰਮਾ ਉਸ ਨੂੰ ਅਸ਼ੀਰਵਾਦ ਦੇ ਰਹੀ ਸੀ। ਉਸ ਨੂੰ ਲੱਗਾ ਜਿੱਦਾਂ ਉਸ ਦੀ ਮਾਂ ਉਸ ਦੇ ਸਿਰ ਤੇ ਹੱਥ ਰੱਖਿਆ ਹੋਵੇ। ਅੰਮਾ ਨੇ ਉਸ ਦੇ ਸਿਰ ਤੇ ਹੱਥ ਰੱਖਦੇ ਹੋਏ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਉੱਠ ਪੁੱਤ, ਦਫ਼ਤਰ ਜਾਣ ਦਾ ਸਮਾਂ ਹੋ ਗਿਆ ਹੈ। ਰਾਜ ਨੇ ਕਿਹਾ, ਮਾਂ, ਮੈਂ ਤੇ ਮੇਰੇ ਦੋਸਤਾਂ ਨੇ ਮਿਲ ਕੇ ਇੱਕ ਬਿਜ਼ਨਸ ਕਰਨ ਦੀ ਸੋਚੀ ਹੈ। ਅੱਜ ਦਫ਼ਤਰ ਤਾਂ ਨਹੀਂ ਜਾਣਾ, ਬਸ ਉਸ ਕੰਮ ਲਈ ਪੂਜਾ ਕਰਨੀ ਹੈ ਤੇ ਤੁਸੀਂ ਤਿਆਰ ਰਹਿਣਾ। ਪੂਜਾ 10 ਵਜੇ ਤੁਹਾਡੇ ਹੱਥੋਂ ਹੋਣੀ ਹੈ। ਅੰਮਾ ਨੇ ਕਿਹਾ, ਪੁੱਤ, ਬਹੁਤ ਵਧੀਆ ਸੋਚਿਆ ਹੈ। ਪਰਮਾਤਮਾ ਦੀ ਕਿਰਪਾ ਤੇ ਤੇਰੀ ਮਿਹਨਤ ਨਾਲ ਤੇਰਾ ਇਹ ਬਿਜ਼ਨਸ ਬਹੁਤ ਤਰੱਕੀ ਕਰੇਗਾ। ਹਾਲੇ ਕੰਮ ਸ਼ੁਰੂ ਕੀਤੇ ਨੂੰ 1 ਸਾਲ ਹੋਇਆ ਸੀ। ਰਾਜ ਦੀ ਮਿਹਨਤ ਤੇ ਵਧੀਆ ਮਾਲ ਕਰਕੇ ਉਸ ਦਾ ਬਿਜ਼ਨਸ ਬਹੁਤ ਵੱਧ ਗਿਆ ਸੀ। ਹੁਣ ਉਸ ਨੇ ਇੱਕ ਹੋਰ ਫੈਕਟਰੀ ਚਾਲੂ ਕੀਤੀ। ਇੱਕ ਦਿਨ ਅੰਮਾ ਨੇ ਕਿਹਾ ਕਿ ਰਾਜ, ਹੁਣ ਤੂੰ ਸਾਰਾ ਦਿਨ ਕਿੰਨਾ ਰੁੱਝਿਆ ਰਹਿੰਦਾ ਹੈ। ਪੁੱਤ, ਜ਼ਿੰਦਗੀ ਵਿੱਚ ਕੰਮ ਹੀ ਸਭ ਕੁਝ ਨਹੀਂ ਹੁੰਦਾ, ਇੱਕ ਸਹਾਰਾ ਵੀ ਚਾਹੀਦਾ ਹੁੰਦਾ ਹੈ। ਕਿਉਂ ਨਾ ਸੋਹਣੀ ਜੀ ਕੁੜੀ ਲੱਭ ਕੇ ਤੇਰਾ ਵਿਆਹ ਕਰ ਦੇਵਾਂ। ਰਾਜ ਨੇ ਕਿਹਾ, ਹਾਂ ਮਾਂ, ਕੰਮ ਵਿੱਚ ਰੁੱਝਿਆ ਹੋਣ ਕਰਕੇ ਮੈਂ ਤਾਂ ਭੁੱਲ ਹੀ ਗਿਆ ਸੀ। ਇਹ ਕੰਮ ਵੀ ਆਪਾਂ ਕਰ ਲੈਂਦੇ ਹਾਂ। ਰਾਜ ਦੀ ਨਜ਼ਰ ਵਿੱਚ ਇੱਕ ਕੁੜੀ ਸੀ ਜਿਸ ਦਾ ਨਾਂ ਸੀ ਗੀਤ। ਬਹੁਤ ਹੀ ਨੇਕ ਤੇ ਭੋਲੀ ਭਾਲੀ ਤੇ ਉਹ ਨੌਕਰੀ ਕਰਦੀ ਸੀ। ਰਾਜ ਨੂੰ ਕਦੀ-ਕਦੀ ਮਿਲ ਜਾਂਦੀ ਸੀ। ਰਾਜ ਨੂੰ ਗੀਤ ਬਹੁਤ ਪਸੰਦ ਸੀ। ਰਾਜ ਅੰਮਾ ਨੂੰ ਲੈ ਕੇ ਗੀਤ ਦੇ ਘਰ ਗਿਆ ਅਤੇ ਉਸ ਦਾ ਹੱਥ ਮੰਗਿਆ। ਗੀਤ ਦੇ ਪਾਪਾ ਨੇ ਹਾਂ ਕਰ ਦਿੱਤੀ। ਅਗਲੇ ਮਹੀਨੇ ਗੀਤ ਰਾਜ ਨਾਲ ਵਿਆਹ ਕਰਵਾ ਕੇ ਘਰ ਆ ਗਈ। ਰਾਜ ਅੰਮਾ ਨੂੰ ਜਿੰਨਾ ਪਿਆਰ ਕਰਦਾ, ਗੀਤ ਅੰਮਾ ਨੂੰ ਓਨਾ ਹੀ ਪਿਆਰ ਤੇ ਸਤਿਕਾਰ ਦਿੰਦੀ। ਅੰਮਾ ਗੀਤ ਦੇ ਦਿਲ ਦੀ ਹਰ ਗੱਲ ਬਿਨਾਂ ਕਹੇ ਬੁੱਝ ਲੈਂਦੀ ਸੀ। ਅੰਮਾ ਨੇ ਉਹਨਾਂ ਦੀ ਮਾਂ ਦੀ ਥਾਂ ਲੈ ਲਈ ਸੀ। ਸਮਾਂ ਬੀਤਣ ਤੋਂ ਬਾਅਦ ਰਾਜ ਦੇ ਘਰ ਇੱਕ ਕੁੜੀ ਤੇ ਮੁੰਡੇ ਨੇ ਜਨਮ ਲਿਆ। ਹੁਣ ਅੰਮਾ ਦਾਦੀ ਬਣ ਗਈ ਸੀ ਤੇ ਹੁਣ ਉਸ ਦਾ ਸਾਰਾ ਸਮਾਂ ਰਾਜ ਦੇ ਬੱਚਿਆਂ ਨਾਲ ਬੀਤ ਜਾਂਦਾ। ਬੱਚਿਆਂ ਦੇ ਰੂਮ ਵਿੱਚ ਅੰਮਾ ਦਾ ਬਿਸਤਰਾ ਸੀ। ਬੱਚੇ ਦੁਪਹਿਰ ਦੀ ਰੋਟੀ ਦਾਦੀ ਤੋਂ ਬਿਨਾਂ ਨਹੀਂ ਖਾਂਦੇ ਸਨ। ਜਦੋਂ ਵੀ ਬੱਚੇ ਰਾਜ ਤੇ ਆਪਣੀ ਮਾਂ ਨਾਲ ਬਾਹਰ ਜਾਂਦੇ ਤਾਂ ਦਾਦੀ ਨੂੰ ਨਾਲ ਲੈ ਕੇ ਜਾਂਦੇ। ਰਾਜ ਤੇ ਗੀਤ ਵੀ ਆਪਣੇ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਅੰਮਾ ਤੇ ਸੁੱਟ ਕੇ ਬੇਫਿਕਰ ਸੀ। ਰਾਜ ਨੂੰ ਗੀਤ ਦੇ ਰੂਪ ਵਿੱਚ ਇੱਕ ਬਹੁਤ ਵਧੀਆ ਜੀਵਨ ਸਾਥੀ ਮਿਲਿਆ ਸੀ। ਰਾਜ ਦਾ ਕਾਰੋਬਾਰ ਹਰ ਵੱਡੇ ਸ਼ਹਿਰ ਵਿੱਚ ਸੀ। ਉਹ ਬਹੁਤ ਵੱਡਾ ਬਿਜ਼ਨਸਮੈਨ ਬਣ ਗਿਆ ਸੀ। ਦੂਜੇ ਪਾਸੇ ਅੰਮਾ ਦਾ ਮੁੰਡਾ ਰੋਹਨ ਪਲ-ਪਲ ਆਪਣੀ ਮਾਂ ਨਾਲ ਕੀਤੇ ਅਪਰਾਧ ਕਰਕੇ ਘੁੱਟ ਰਿਹਾ ਸੀ। ਘਰ ਦੇ ਕਲੇਸ਼ ਤੋਂ ਬਚਣ ਤੇ ਆਪਣੀ ਪਤਨੀ ਨਾਲ ਵਧੀਆ ਜ਼ਿੰਦਗੀ ਜੀਣ ਕਰਕੇ ਉਸ ਨੇ ਆਪਣੀ ਮਾਂ ਨੂੰ ਤਾਂ ਘਰੋਂ ਕੱਢ ਦਿੱਤਾ ਸੀ। ਇਹ ਅਪਰਾਧ ਉਸ ਨੂੰ ਪਲ-ਪਲ ਬਿੱਛੂ ਵਾਂਗ ਡੰਕ ਮਾਰਦਾ ਸੀ। ਉਸ ਦੀ ਅੰਤਰਾਤਮਾ ਉਸ ਨੂੰ ਲਾਹਨਤਾਂ ਪਾਉਂਦੀ ਸੀ। ਹੁਣ ਘਰ ਵਿੱਚ ਰੋਹਨ ਦੀ ਘਰਵਾਲੀ ਦਾ ਰਾਜ ਸੀ। ਫਜ਼ੂਲ ਖਰਚੀ ਕਰਦੀ ਸੀ। ਹੌਲੀ-ਹੌਲੀ ਰੋਹਨ ਦਾ ਜਮ੍ਹਾਂ ਕੀਤਾ ਪੈਸਾ ਖਤਮ ਹੋ ਰਿਹਾ ਸੀ। ਉਸ ਦੀ ਦੁਕਾਨ ਦਾ ਕੰਮ ਵੀ ਠੱਪ ਹੋ ਗਿਆ ਸੀ। ਹੁਣ ਉਹ ਬਹੁਤ ਔਖੇ ਸੀ। ਰੋਹਨ ਨੇ ਦੁਕਾਨ ਬੰਦ ਕਰ ਦਿੱਤੀ ਅਤੇ ਰੋਹਨ ਤੇ ਉਸ ਦੀ ਘਰਵਾਲੀ ਦੀ ਭੁੱਖੇ ਮਰਨ ਦੀ ਨੌਬਤ ਆ ਗਈ ਸੀ। ਫਿਰ ਇੱਕ ਦਿਨ ਰੋਹਨ ਦਾ ਦੋਸਤ ਉਸ ਨੂੰ ਮਿਲਿਆ। ਰੋਹਨ ਨੇ ਉਸ ਨੂੰ ਸਭ ਦੱਸ ਦਿੱਤਾ ਤੇ ਉਸ ਨੇ ਰੋਹਨ ਦੀ ਨੌਕਰੀ ਉਸ ਵੱਡੀ ਕੰਪਨੀ ਵਿੱਚ ਲਵਾ ਦਿੱਤੀ ਜਿਸ ਵਿੱਚ ਉਹ ਆਪ ਕੰਮ ਕਰਦਾ ਸੀ। ਹੁਣ ਰੋਹਨ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਸੀ। ਉਸ ਦੇ ਵੀ 2 ਬੱਚੇ ਹੋ ਗਏ ਸਨ। ਹੁਣ ਉਹ ਦਿਲ ਨਾਲ ਮਿਹਨਤ ਕਰਨ ਲੱਗਾ। ਸਮਾਂ ਬੀਤਦਾ ਗਿਆ। ਉਹ ਕੰਪਨੀ ਦੇ ਕੁਝ ਖਾਸ ਕਰਮਚਾਰੀਆਂ ਵਿੱਚ ਆਉਂਦਾ ਸੀ। ਕੰਪਨੀ ਦਾ ਸਾਲਾਨਾ ਸਮਾਗਮ ਸੀ ਜਿਸ ਵਿੱਚ ਕਰਮਚਾਰੀਆਂ ਦੇ ਕੰਮ ਦੀ ਪਰਫਾਰਮੈਂਸ ਦੇ ਸਦਕਾ ਇਨਾਮ ਦਿੱਤੇ ਜਾਂਦੇ ਸਨ। ਉਹਨਾਂ ਕਰਮਚਾਰੀਆਂ ਵਿੱਚ ਰੋਹਨ ਦਾ ਵੀ ਨਾਂ ਸੀ। ਇਹ ਇਨਾਮ ਉਹਨਾਂ ਨੂੰ ਕੰਪਨੀ ਦੇ ਮਾਲਕ ਵੱਲੋਂ ਉਹਨਾਂ ਦੇ ਹੱਥੀਂ ਮਿਲਦੇ ਸਨ। ਆਖਰ ਉਹ ਦਿਨ ਵੀ ਆ ਗਿਆ ਜਦੋਂ ਪਹਿਲੀ ਵਾਰੀ ਕੰਪਨੀ ਦੇ ਕਰਮਚਾਰੀ ਕੰਪਨੀ ਦੇ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਮਿਲਣਾ ਸੀ।
ਪ੍ਰੋਗਰਾਮ ਸ਼ੁਰੂ ਹੋ ਗਿਆ ਸੀ। ਕੰਪਨੀ ਦਾ MD ਆਪਣੀ ਘਰਵਾਲੀ ਤੇ ਬੱਚਿਆਂ ਨਾਲ ਪੁੱਜੇ। ਫਿਰ MD ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਉਹ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਇਨਾਮ ਦੇਣ। ਜਦੋਂ MD ਸਾਹਿਬ ਸਟੇਜ 'ਤੇ ਆਏ ਤਾਂ ਉਹਨਾਂ ਕਿਹਾ, ਇਹ ਸਭ ਵਿੱਚ ਮੇਰਾ ਨਹੀਂ, ਮੇਰੀ ਅੰਮਾ ਦਾ ਯੋਗਦਾਨ ਹੈ। ਉਹਨਾਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਹੀ ਮੈਂ ਅੱਜ ਇੱਥੇ ਹਾਂ ਅਤੇ ਇਨਾਮ ਦੇਣ ਦਾ ਹੱਕ ਉਹਨਾਂ ਦਾ ਹੈ। ਅੰਮਾ ਸਟੇਜ 'ਤੇ ਆਈ ਤੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ। ਫਿਰ ਕਰਮਚਾਰੀਆਂ ਦੇ ਨਾਂ ਬੋਲਣ ਲੱਗੇ ਤੇ ਇਨਾਮ ਵੰਡੇ ਗਏ। ਫਿਰ ਇੱਕ ਨਾਂ ਬੋਲਿਆ ਗਿਆ, ਰੋਹਨ ਪ੍ਰਜਾਪਤੀ। ਅੰਮਾ ਦੇ ਮੂੰਹ 'ਤੇ ਅਜੀਬ ਭਾਵ ਸੀ। ਫਿਰ ਉਹ ਚਿਹਰਾ ਜੋ ਨੇੜੇ ਆ ਰਿਹਾ ਸੀ, ਕੁਝ ਜਾਣਿਆ ਪਛਾਣਿਆ ਲੱਗ ਰਿਹਾ ਸੀ। ਇਹ ਅੰਮਾ ਦਾ ਮੁੰਡਾ ਰੋਹਨ ਸੀ। ਅੰਮਾ ਦੀਆਂ ਅੱਖਾਂ ਵਿੱਚ ਪਿਆਰ ਤੇ ਨਫ਼ਰਤ ਦੋਨੋਂ ਇੱਕੋ ਨਾਲ ਦਿਖ ਰਹੇ ਸੀ। ਅੰਮਾ ਨੂੰ ਸਭ ਯਾਦ ਆ ਗਿਆ ਕਿ ਉਸ ਦੇ ਪੁੱਤ ਨੇ ਉਸ ਨੂੰ 4 ਧਾਮ ਦੀ ਯਾਤਰਾ ਕਹਿ ਕੇ ਛੱਡ ਦਿੱਤਾ ਸੀ ਤੇ ਕਦੇ ਮੁੜ ਕੇ ਨਹੀਂ ਦੇਖਿਆ। ਸੋਚਦਾ ਹੋਣਾ ਕਿ ਮਰ ਗਈ ਹੋਣੀ। ਅੰਮਾ ਨੇ ਉਸ ਨੂੰ ਇਨਾਮ ਦਿੱਤਾ ਅਤੇ ਮੂੰਹ ਪਰੇ ਕਰ ਲਿਆ। ਰੋਹਨ ਦੇਖ ਕੇ ਕਿ ਇਹ ਮੇਰੀ ਮਾਂ ਹੈ, ਉਸ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਫ਼ੀ ਮੰਗਣ ਲੱਗਾ। ਪਰ ਅੰਮਾ ਨੇ ਉਸ ਨੂੰ ਕਿਹਾ ਕਿ ਕੌਣ ਮਾਂ ਤੇ ਕੌਣ ਪੁੱਤ। ਮੇਰਾ ਪੁੱਤ ਰਾਜ ਹੈ। ਤੇ ਅੰਮਾ ਜਾ ਕੇ ਕੁਰਸੀ 'ਤੇ ਬਹਿ ਗਈ ਤੇ ਸਮਾਗਮ ਤੋਂ ਬਾਅਦ ਅੰਮਾ ਰਾਜ ਤੇ ਪਰਿਵਾਰ ਨਾਲ ਘਰ ਵਾਪਸ ਆ ਗਈ। ਪਰ ਰੋਹਨ ਇਹ ਗੱਲ ਕਿਸੇ ਨੂੰ ਦੱਸ ਨਾ ਪਾਇਆ। ਦਿਲ ਵਿੱਚ ਆਪਣੇ ਕੀਤੇ ਕਰਮਾਂ 'ਤੇ ਪਛਤਾ ਰਿਹਾ ਸੀ ਕਿ ਕਿਸ ਤਰ੍ਹਾਂ ਉਸਨੇ ਆਪਣੀ ਘਰਵਾਲੀ ਦੇ ਮਗਰ ਲੱਗ ਕੇ ਘਰ ਦੇ ਕਲੇਸ਼ ਤੋਂ ਦੁਖੀ ਹੋ ਕੇ ਉਸ ਦਿਨ ਆਪਣੀ ਮਾਂ ਦੇ ਮੂੰਹ 'ਤੇ ਥੱਪੜ ਮਾਰਿਆ ਸੀ ਅਤੇ ਉਸ ਨੂੰ ਰੇਲਵੇ ਸਟੇਸ਼ਨ 'ਤੇ ਝੂਠ ਬੋਲ ਕੇ ਛੱਡ ਆਇਆ ਸੀ ਅਤੇ ਮੁੜ ਕੇ ਨਹੀਂ ਦੇਖਿਆ ਸੀ। ਇੱਕ ਦਿਨ ਐਤਵਾਰ ਦਾ ਦਿਨ ਸੀ। ਉਹ ਆਪਣੀ ਘਰਵਾਲੀ ਨਾਲ ਮੰਦਰ ਗਿਆ ਤੇ ਆਪਣਾ ਕੀਤੇ ਗੁਨਾਹਾਂ ਦੀ ਪਰਮਾਤਮਾ ਤੋਂ ਮਾਫ਼ੀ ਮੰਗ ਰਿਹਾ ਸੀ। ਪਰ ਉਸ ਨੂੰ ਇੱਦਾਂ ਲੱਗਾ ਜਿਵੇਂ ਭਗਵਾਨ ਸੀ ਮੂਰਤੀ ਵੀ ਉਸ ਨੂੰ ਕੌੜੀ ਅੱਖ ਨਾਲ ਦੇਖ ਰਹੀ ਹੋਵੇ। ਉਹ ਘਰ ਨੂੰ ਵਾਪਸ ਜਾ ਰਿਹਾ ਸੀ। ਉਸ ਦਾ ਬਹੁਤ ਬੁਰਾ ਐਕਸੀਡੈਂਟ ਹੋ ਗਿਆ ਅਤੇ ਬੱਸ ਉਸ ਦੇ ਉੱਤੇ ਚੜ੍ਹ ਗਈ ਤੇ ਉਸੇ ਥਾਂ ਉਸ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਦੀ ਇੱਕ ਲੱਤ ਤੇ ਬਾਂਹ ਖਤਮ ਹੋ ਗਈ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਖਬਰ ਉਸ ਕੰਪਨੀ ਵਿੱਚ ਕੰਮ ਕਰਦੇ ਰੋਹਨ ਦੇ ਦੋਸਤ ਨੇ ਮਿਲੀ ਤੇ ਉਸ ਨੇ ਸਾਰੀ ਗੱਲ MD ਨਾਲ ਫੋਨ 'ਤੇ ਕੀਤੀ। ਜਿਸ ਵਕਤ ਰਾਜ ਗੱਲ ਸੁਣ ਰਿਹਾ ਸੀ, ਅੰਮਾ ਕੋਲ ਸੀ ਤੇ ਨਾਸ਼ਤਾ ਕਰ ਰਹੀ ਸੀ। ਜਦੋਂ ਰਾਜ ਦੇ ਮੂੰਹ ਤੋਂ ਰੋਹਨ ਦਾ ਨਾਂ ਸੁਣਿਆ ਤਾਂ ਅੰਮਾ ਨੇ ਪੁੱਛਿਆ, ਕੀ ਗੱਲ ਹੈ ਪੁੱਤ? ਤਾਂ ਰਾਜ ਨੇ ਕਿਹਾ ਕਿ ਰੋਹਨ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ, ਜੋ ਕਿ ਕੰਪਨੀ ਵਿੱਚ ਕਰਮਚਾਰੀ ਸੀ। ਇਹ ਸੁਣ ਕੇ ਅੰਮਾ ਰੋਣ ਲੱਗ ਪਈ। ਰਾਜ ਦੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਮੇਰਾ ਪੁੱਤ ਹੈ ਰੋਹਨ। ਫਿਰ ਅੰਮਾ ਨੇ ਕਿਹਾ ਕਿ ਮੈਂ ਆਪਣੀ ਨੂੰਹ ਕੋਲ ਕੁਝ ਦਿਨ ਜਾਣਾ ਚਾਹੁੰਦੀ ਹਾਂ, ਫਿਰ ਵਾਪਸ ਆ ਜਾਵਾਂਗੀ। ਰਾਜ ਨੇ ਅੰਮਾ ਨੂੰ ਬਹੁਤ ਪੈਸੇ ਦਿੱਤੇ ਤੇ ਛੱਡ ਕੇ ਆਇਆ। ਅੰਮਾ ਨੇ ਆਪਣੀ ਨੂੰਹ, ਜੋ ਕਿ ਠੀਕ ਨਹੀਂ ਸੀ, ਹਸਪਤਾਲ ਵਿੱਚ ਸੀ, ਉਸ ਦੀ ਸੇਵਾ ਕੀਤੀ, ਘਰ ਬੱਚਿਆਂ ਦਾ ਧਿਆਨ ਰੱਖਿਆ। ਫਿਰ ਜੋ ਦੁਕਾਨ ਬੰਦ ਹੋ ਗਈ ਸੀ, ਉਸ ਨੂੰ ਰਾਜ ਦੀ ਮਦਦ ਨਾਲ ਫੇਰ ਖੜੀ ਕੀਤਾ। ਕੁਝ ਦਿਨ ਬਾਅਦ ਰੋਹਨ ਦੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਸੀ ਅਤੇ ਉਹ ਘਰ ਆ ਗਈ। ਉਹ ਬਹੁਤ ਰੋਈ। ਉਹ ਹੁਣ 3 ਪਹੀਏ ਵਾਲੀ ਕੁਰਸੀ ਤੇ ਸੀ ਤੇ ਹੁਣ ਅੰਮਾ ਨੇ ਸਾਰਾ ਕੁਝ ਠੀਕ ਕਰ ਦਿੱਤਾ। ਰੋਹਨ ਦੀ ਦੁਕਾਨ ਫਿਰ ਤੋਂ ਬਹੁਤ ਵਧੀਆ ਚੱਲਣ ਲੱਗੀ ਸੀ। ਅੰਮਾ ਦੀ ਨੂੰਹ ਨੇ ਉਸ ਤੋਂ ਮਾਫ਼ੀ ਮੰਗੀ ਤੇ ਕਿਹਾ, ਮਾਂ ਜੀ ਮੈਨੂੰ ਛੱਡ ਕੇ ਨਾ ਜਾਓ, ਮੈਂ ਪਾਪਣ ਹਾਂ। ਮੈਂ ਤੁਹਾਡੇ ਮੁੰਡੇ ਨੂੰ ਤੁਹਾਡੇ ਖਿਲਾਫ ਭੜਕਾ ਦਿੱਤਾ ਸੀ ਅਤੇ ਉਸ ਨੇ ਤੁਹਾਡੇ 'ਤੇ ਹੱਥ ਚੁੱਕਿਆ। ਮੈਨੂੰ ਮਾਫ਼ ਕਰ ਦਿਓ। ਅੰਮਾ ਨੇ ਕਿਹਾ ਕਿ ਹੁਣ ਤੂੰ ਠੀਕ ਹੈ, ਆਪਣਾ ਘਰ ਸਾਂਭ, ਮੇਰਾ ਪੁੱਤ ਮੇਰੀ ਉਡੀਕ ਕਰ ਰਿਹਾ ਹੈ। ਅੰਮਾ ਨੇ ਆਪਣਾ ਸਮਾਨ ਚੁੱਕ ਲਿਆ ਅਤੇ ਵਾਪਸ ਆ ਗਈ। ਰਾਜ ਅੰਮਾ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਹੁਣ ਰਾਜ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਸੀ। ਰਾਜ ਨੇ ਅੰਮਾ ਨੂੰ ਹੌਸਲਾ ਦਿੱਤਾ। ਦੋਸਤੋ, ਕਿਸੇ ਨੇ ਸਹੀ ਕਿਹਾ ਹੈ, ਜੈਸੀ ਕਰਨੀ ਵੈਸੀ ਭਰਨੀ। ਹਮੇਸ਼ਾ ਆਪਣੇ ਮਾਂ-ਪਿਓ ਦਾ ਸਤਿਕਾਰ ਕਰੋ, ਉਹਨਾਂ ਨਾਲ ਪਿਆਰ ਨਾਲ ਰਹੋ। ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫੇਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।